ਵਿਧਾਨ ਸਭਾ ਹਲਕਾ ਖੇਮਕਰਨ ਦੀ ਪ੍ਰਮੁੱਖ ਦਾਣਾ ਮੰਡੀ ਅਮਰਕੋਟ ਵਿਖੇ ਅੱਜ ਮਜ਼ਦੂਰ ਵਰਗ ਦੀ ਇੱਕ ਹੰਗਾਮੀ ਮੀਟਿੰਗ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ। ਇਸ ਮੌਕੇ ਮਜ਼ਦੂਰ ਵਰਗੋਂ ਵੱਲੋਂ 5 ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਅਹਿਮੀਅਤ ਵਾਲਾ ਕਿ ਅਨੁਸੂਚਿਤ ਜਾਤੀ ਲੋਕਾਂ ਨੂੰ ਜੋ ਲੀਡਰਾਂ ਵੱਲੋਂ ਹਰੀਜਨ ਸ਼ਬਦ ਵਰਤੇ ਜਾਂਦਾ ਹੈ, ਇਸ ਨੂੰ ਕਿਸੇ ਵੀ ਲੀਡਰ ਵੱਲੋਂ ਜੇ ਵਰਤੇ ਜਾਂਦਾ ਤਾਂ ਉਸ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਉਸ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਸੇ ਤਰ੍ਹਾਂ ਜੋ ਕਿ ਵੋਟ ਦਾ ਅਧਿਕਾਰ ਸਾਰਿਆਂ ਨੂੰ ਸਾਂਝਾ ਹੈ, ਪਰ ਕੁਝ ਲੋਕਾਂ ਵੱਲੋਂ ਗਰੀਬ ਜਨਤਾ ਦੀ ਵੋਟ ਨੂੰ ਛੋਟੀ ਵੋਟ ਕਿਹਾ ਜਾਂਦਾ ਹੈ, ਉਸ ਦੀ ਵੀ ਨਿਖੇਧੀ ਕੀਤੀ ਗਈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਪੱਕੇ ਮਕਾਨ, ਮਨਰੇਗਾ ਸਕੀਮ ਤਹਿਤ ਜੌਬ ਕਾਰਡ ਅਤੇ ਪਖਾਨਿਆਂ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਵੀ ਜੋ ਕਿ ਅਨੁਸੂਚਿਤ ਜਾਤੀ ਲੋਕਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਹੈ, ਉਹਨਾਂ ਦੇ ਮਸਲੇ ਵੀ ਵਿਚਾਰੇ ਗਏ। ਇੰਡੀਆ ਕੈਥੋਲਿਕ ਯੂਨੀਅਨ ਜਿਹੜੀ ਸਾਡੀ ਨਾ ਚਰਚ ਜਿਵੇਂ ਉਹਦਾ ਮੈਂ ਪੰਜਾਬ ਦਾ ਜਨਰਲ ਸੈਕਟਰੀ ਹਾਂ। ਸਾਡਾ ਪ੍ਰਧਾਨ ਉਹਦਾ ਯੂਥ ਸਪੀਕਰ ਆ ਪੰਜਾਬ ਦਾ। ਤੇ ਅਸੀਂ ਆਪਣੇ ਸਮਾਜ ਲਈ ਤਕਰੀਬਨ ਕੰਮ ਕਰੀਦਾ, ਆਪਣੇ ਬੱਚਿਆਂ ਨੂੰ ਅਗਾਂਹ ਚੁੱਕਣ ਦੇ ਲਈ। ਸਾਡਾ ਚਰਚ ਬਹੁਤ ਸਪੋਰਟ ਕਰਦਾ। ਸਾਡੇ ਕ੍ਰਿਸਚਨ ਜਿਹੜੇ ਬੰਦੇ ਜੁੜੇ ਹੁੰਦੇ ਆ ਉਹਨਾਂ ਦੀ ਆਮ ਫੀਸ 1100 ਰੁਪਈਆ ਆ, 1100 ਤੋਂ 1500 ਰੁਪਈਆ, ਪਰ ਅਸੀਂ ਉਹਨੂੰ 300 ਰੁਪਈਆ ਇੱਕ ਦਿਹਾੜੀ ਦਿੰਦੇ ਆ। ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਮਹੀਨੇ 'ਚ ਇੱਕ ਦਿਹਾੜੀ ਉਹਨੂੰ ਦੇਣੀ ਆ ਤੇ ਉਹਦੇ ਵਿੱਚ ਵੀ ਸਾਰਾ ਕੁਝ ਕਰਨਾ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਸਾਡਾ ਸਮਾਜ ਦਿਨ ਪ੍ਰਤੀ ਦਿਨ ਫਾਸੀਵਾਦੀ ਸਰਕਾਰਾਂ ਨੇ ਇਹੋ ਜਿਹੇ ਰੂਟ ਬਣਾ ਕੇ, ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ, ਇਸ ਤਰ੍ਹਾਂ ਦੀਆਂ ਸਿਸਟਮ ਨੂੰ ਘੜ ਕੇ ਤੇ ਸਾਡੇ ਤੇ ਥੋਪ ਕੇ ਵੀ ਇਹ ਸਮਾਜ ਦਾ ਜਿਹੜਾ ਇਹ ਸਮਾਜ ਆਪਣੀ ਤਰੱਕੀ ਨਾ ਕਰ ਸਕੇ, ਇਹ ਜਿੱਥੇ ਸੀਗਾ ਉੱਥੇ ਹੀ ਰਵੇ, ਇਸ ਤਰ੍ਹਾਂ ਦਾ ਉਹਨਾਂ ਨੇ ਤਾਣਾ ਬਾਣਾ ਬੁਣਿਆ ਹੁੰਦਾ। ਕੁਝ ਕੁ ਸਾਡੇ ਸਮਾਜ ਦੇ ਵਿੱਚ ਬਹੁਤੇ ਲੋਕ ਜਾਗਰੂਕ ਨਹੀਂ ਆ। ਜੇ ਤਾਂ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੀ ਪੂਰਾ ਟੀਚਰ ਪ੍ਰੋਵਾਈਡ ਨਹੀਂ ਹੁੰਦੇ, ਕਿਉਂਕਿ ਐਜੂਕੇਸ਼ਨ ਦੋ ਪ੍ਰਕਾਰ ਦੀ ਹੋ ਗਈ। ਜਿਹੜਾ ਤਕੜਾ ਅਮੀਰ ਬੰਦਾ ਉਹ ਤਾਂ ਆਪਣੇ ਬੱਚਿਆਂ ਨੂੰ ਕਨਵੈਂਟਾਂ 'ਚ ਪੜ੍ਹਾਉਂਦਾ ਜਿੱਥੇ ਟੀਚਰ ਫੁੱਲ ਨੇ, ਤੇ ਜਿਹੜਾ ਐਸੀ ਸਮਾਜ ਉਹਨਾਂ ਦੇ ਲਈ ਗਵਰਨਮੈਂਟ ਸਕੂਲ ਨੇ ਜਿੱਥੇ ਤਕਰੀਬਨ ਟੀਚਰ ਪੂਰੇ ਨਹੀਂ ਗੇ। ਇੱਕ ਹੀ ਅਧਿਆਪਕ ਮੇਰੇ ਹਿਸਾਬ ਨਾਲ ਪੂਰਾ ਸਕੂਲ ਵੀ ਚਲਾਈ ਸਕਦਾ, ਤੇ ਉਹਦੇ ਕੋਲ ਹੀ ਪੇਪਰ ਵਰਕ ਵੀ ਆ, ਉਹਨੇ ਮਿਡ ਡੇ ਮੀਲ ਵੀ ਚਲਾਉਣਾ ਆ, ਉਹਨੇ ਪੜ੍ਹਾਈ ਵੀ ਕਰਾਉਣੀ, ਉਹਨੇ ਪ੍ਰੇਅਰ ਵੀ ਕਰਾਉਣੀ, ਅਸੈਂਬਲੀਆਂ ਵੀ ਕਰਾਉਣੀਆਂ, ਤੇ ਉਹ ਪੂਰਾ ਧਿਆਨ ਬੱਚਿਆਂ ਵੱਲ ਨਹੀਂ ਦੇ ਪਾਉਂਦਾ। ਤੇ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਉਜਵਲ ਹੋਣਾ ਚਾਹੀਦਾ ਸਕੂਲਾਂ ਵਿੱਚ ਜਾ ਕੇ, ਉਹ ਉੱਥੇ ਕਿਤੇ ਰਹਿ ਜਾਂਦਾ। ਸੀਮਤ ਜੇ ਪੜ੍ਹਾਈ ਜੇ ਉਹਨਾਂ ਨੂੰ ਆਉਂਦੀ, ਕੋਈ ਘਰ ਦਾ ਪੇਰੈਂਟਸ ਵੀ ਬਹੁਤੇ ਪੜ੍ਹੇ ਲਿਖੇ ਨਹੀਂ, ਜੇ ਕੋਈ ਪੜ੍ਹੇ ਲਿਖੇ ਤਾਂ ਆਪਣੇ ਬੱਚੇ ਦਾ ਕੰਮ ਕੁਮ ਵੇਖ ਲੈਂਦੇ, ਨਹੀਂ ਤਾਂ ਉਹ ਉੱਥੇ ਹੀ ਰਹਿੰਦਾ। ਵਧੀਕੀਆਂ ਤੇ ਸਾਡੇ ਨਾਲ ਕਈ ਪ੍ਰਕਾਰ ਦੀਆਂ। ਮੈਂ ਵੀ ਤੁਹਾਡੇ ਨਾਲ ਗੱਲ ਕਰਾਂ ਤੇ ਮੈਂ ਵੀ ਆਪਣੇ ਤਕਰੀਬਨ ਪਿੰਡ ਵਿੱਚ ਸਾਡੀ ਕਾਫੀ ਵੋਟ ਆ, 2000 ਦੇ ਕਰੀਬ ਸਾਡੇ ਪਿੰਡ ਦੀ ਵੋਟ, ਤੇ ਮੇਰੇ ਹਿਸਾਬ ਨਾਲ 1500 ਵੋਟ ਉੱਥੇ ਕ੍ਰਿਸਚਨ ਵੋਟ ਆ, ਐਸਸੀ ਮਤਲਬ ਵੋਟ ਆ। ਤੇ ਜਿਹੜੀ ਉੱਥੇ ਤਕਰੀਬਨ ਸਾਡਾ ਹੀ ਸਰਪੰਚ ਬਣਨਾ ਚਾਹੀਦਾ, ਸਾਡਾ ਹੀ ਮੈਂਬਰ ਬਣਨੇ ਚਾਹੀਦੇ। ਤੇ ਉੱਥੇ ਹੋ ਕੀ ਰਿਹਾ ਆ, ਸਰਮਾਏਦਾਰ ਦੇ ਘਰ ਜਿਹੜਾ ਬੰਦਾ ਕਿਸੀਰੀ ਕੰਮ ਕਰਦਾ ਆ ਉਹਨੂੰ ਐਸਸੀ ਸਰਟੀਫਿਕੇਟ ਬਣਾ ਕੇ ਉਹਦਾ, ਤੇ ਉਹਨੂੰ ਸਾਡੇ ਤੇ ਥੋਪ ਕੇ ਸਰਪੰਚ ਬਣਾਉਂਦੇ ਆ। ਉਹ ਅੰਗੂਠਾ ਲਾਉਂਦਾ ਹੁੰਦਾ, ਨਾ ਉਹਨੂੰ ਗ੍ਰਾਂਟ ਦਾ ਪਤਾ। ਹੁਣ ਇੱਕ ਹੋਰ ਵੀ ਗੱਲ ਹੋ ਗਈ, ਜਦੋਂ ਆਪਾਂ ਸੁਵਿਧਾ ਸੈਂਟਰ 'ਚ ਜਾਂਦੇ ਆ ਆਪਣੇ ਕੰਮ ਕਰਵਾਉਣ ਲਈ, ਤੇ ਅਗਲਾ ਕਹਿੰਦਾ ਤੇ ਤੁਹਾਡੇ ਸਾਈਨ ਨਹੀਂ ਹੋਏ ਤੇ ਤੁਹਾਡਾ ਆਧਾਰ ਕਾਰਡ ਨਹੀਂ ਬਣਨਾ, ਕਿਉਂਕਿ ਉੱਥੇ ਜਿਹੜੀਆਂ ਐਪਲੀਕੇਸ਼ਨਾਂ ਲੈਂਦੇ ਉਹਦੇ ਵਿੱਚ ਸਾਈਨ ਹੋਣੇ ਚਾਹੀਦੇ, ਸਰਪੰਚ ਦੇ ਅੰਗੂਠਾ ਚੱਲਦਾ ਨਹੀਂ ਉੱਥੇ। ਤੇ ਸਾਡੇ ਜਿਹੜੇ ਪਿੰਡ ਦੇ ਲੋਕ ਨੇ ਉਹ ਦੂਸਰੇ ਪਿੰਡ 'ਚ ਦੇ ਸਰਪੰਚ ਕੋਲ, ਸਾਡੇ ਘਰਿਆਲੇ ਪਿੰਡ ਦੇ 3 ਪਿੰਡ ਨੇ, ਮੇਰੇ ਪਿੰਡ ਦਾ ਐਸੀ ਸਰਪੰਚ ਆ, ਦੂਜੇ ਪਿੰਡ ਜਰਨਲ ਆ। ਉਹ ਐਸੀ ਤੋਂ ਉਹ ਅੰਗੂਠਾ ਲਵਾਉਣ ਦੀ ਬਜਾਏ ਉਹ ਜਿਹੜਾ ਪੜ੍ਹਿਆ ਲਿਖਿਆ ਸਰਪੰਚ ਆ ਉਹਦੇ ਕੋਲ ਜਾ ਕੇ ਤਾਂ ਉਹ ਸਾਈਨ ਕਰਵਾ ਕੇ ਤੇ ਆਪਣੇ ਕੰਮ ਕਰਵਾਉਂਦੇ ਆ। ਤੇ ਸਾਡੇ ਨਾਲ ਸਾਡਾ ਜਿਹੜਾ ਐਸੀ ਸਰਪੰਚ ਉਹ ਵਿਚਾਰਾ ਨਾ ਤਾਂ ਸਰਪੰਚ ਆ, ਨਾ ਤਾਂ ਉਹਦਾ ਨਾਂ ਕਿਤੇ ਲਿਆ ਜਾਂਦਾ ਅਖਬਾਰਾਂ ਵਿੱਚ, ਨਾ ਕਿਤੇ ਨਾ ਕਿਤੇ। ਉਹ ਪਿਛਲੇ ਦਿਨੀ ਇੱਕ ਸਾਡੇ ਨਾਲ ਐਮਐਲਏ ਸਾਹਿਬ ਆਏ ਤੇ ਉਹ ਵਿਚਾਰਾ ਉੱਧਰ ਬੈਠਾ, ਤੇ ਜਿਹੜਾ ਬਣਾਉਣ ਵਾਲਾ ਸੀ ਉਹ ਐਮਐਲਏ ਦੇ ਨਾਲ ਬੈਠਾ, ਤੇ ਮੈਂ ਵੀ ਪਿੱਛੇ ਬਰਸ ਬੈਠਾ। ਸਾਡੀ ਉੱਥੇ ਕੋਈ ਘਟਨਾ ਹੋ ਗਈ ਤੇ ਮੈਂ ਵੀ, ਚਲੋ ਮੈਨੂੰ ਤਾਂ ਐਮਐਲਏ ਨੇ ਕਿਹਾ ਬੋਲਣ ਤੇ ਲਈ ਆ ਯਾਰ ਬਹੁਤ ਵਧੀਆ, ਤੇ ਮੈਂ ਉਹਦਾ ਨਾਂ ਲੈ ਕੇ ਸੰਬੋਧਨ ਕੀਤਾ, ਤੇ ਉਹ ਵਿਚਾਰਾ ਹੱਥ ਜੋੜ ਕੇ ਖੜਾ ਹੋਇਆ। ਮੈਨੂੰ ਮਹਿਸੂਸ ਹੋਇਆ ਵੀ ਸਾਡਾ ਭਰਾ ਆ ਤਾਂ ਉਹ ਲੋਕਾਂ 'ਚ ਬੈਠਾ ਹੈ ਤੇ ਦੂਸਰਾ ਬੰਦਾ ਇੱਧਰ ਬੈਠਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿੱਤੇ ਵਿੱਚ ਸਾਡੇ ਅਸੀਂ ਖੁਸ਼ੀ ਮੈਨੂੰ ਇਸ ਗੱਲ ਦੀ ਆ ਕਿ ਅਸੀਂ ਘੱਟੋ ਘੱਟ ਥੋੜ੍ਹੇ ਸਹੀ ਆਪਣੇ ਆਪਣੇ ਪਿੰਡ ਤੋਂ ਕੁਛ ਨਾ ਕੁਛ ਜਾਗਦੇ ਤਾਂ ਹੈ। ਤੇ ਜਾਗਦਿਆਂ ਜਿਹੜਾ ਬੰਦਾ ਜਾਗਦਾ ਆ ਉਹਦੇ ਘਰ ਚੋਰ ਨਹੀਂ ਲੱਗ ਸਕਦਾ, ਜਿਹੜਾ ਬੰਦਾ ਸੌਂ ਜਾਂਦਾ ਆ ਉਹਦੇ ਘਰ ਚੋਰ ਚੋਰੀ ਕਰਕੇ ਚਲਾ ਜਾਂਦਾ। ਅਸੀਂ ਘੱਟੋ ਘੱਟ ਜਾਗਦੇ ਹਾਂ ਤੇ ਸਾਨੂੰ ਆਂਢੀਆਂ ਗਵਾਂਢੀਆਂ ਨੂੰ ਵੀ ਜਗਾਉਣਾ ਚਾਹੀਦਾ। ਹੁਣ
ਵਿਧਾਨ ਸਭਾ ਦੇ ਇਲੈਕਸ਼ਨ ਆਉਣ ਵਾਲੇ ਆ, ਮੇਰੇ ਖਿਆਲ 10-15 ਦਿਨਾਂ ਨੂੰ ਕੋਡ ਆਫ ਕੰਡਕਟ ਲੱਗ ਜਾਣਾ ਤੇ ਸਾਰਿਆਂ ਨੇ ਇੱਕੋ ਜਿਹੇ ਹੋ ਜਾਣਾ। ਤੇ ਜਿਹੜੇ ਬੰਦੇ ਇਲੈਕਸ਼ਨ ਲੜਨ ਵਾਲੇ ਐਮਐਲਏ ਆ ਉਹਨਾਂ ਨੇ ਸਾਡੇ ਸਮਾਜ ਨੂੰ ਖਰੀਦ ਕੇ ਕੋਸ਼ਿਸ਼ ਕਰਦੇ ਹੋ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਤੇ ਉਹ ਆਪ ਬਣ ਜਾਂਦੇ ਆ ਤੇ ਅਸੀਂ ਫਿਰ ਉੱਥੇ ਹੀ ਆ ਜਿੱਥੇ ਰਹਿੰਦੇ ਆ। ਮੈਂ ਕਿ ਤੁਹਾਨੂੰ ਐਗਜ਼ਾਮਪਲ ਦੇਣੀ ਆ, ਇੱਕ ਸਕੂਲ ਦੇ ਵਿੱਚ ਨਾ ਹੋਸਟਲ ਸੀ ਤੇ ਹੋਸਟਲ ਦਾ ਜਿਹੜਾ ਇੰਚਾਰਜ ਸੀ ਉਹ ਰੋਜ਼ ਉਹਨਾਂ ਨੂੰ ਸਵੇਰੇ ਨਾਸ਼ਤੇ ਦੇ ਵਿੱਚ ਖੀਰ ਦਿੰਦਾ ਸੀ ਤੇ ਉਹ ਬਹੁਤੇ ਬੱਚੇ ਕਹਿੰਦੇ ਵੀ ਸਾਨੂੰ ਨਹੀਂ ਨਾਸ਼ਤੇ 'ਚ ਖੀਰ ਚਾਹੀਦੀ, ਸਾਨੂੰ ਹੋਰ ਕੋਈ ਚੀਜ਼ ਚਾਹੀਦੀ, ਸਾਨੂੰ ਜੂਸ ਚਾਹੀਦਾ। ਉਹ ਕਹਿੰਦਾ ਨਹੀਂ ਖੀਰ ਬਣਦੀ ਇੰਨੇ ਚਿਰ ਤੋਂ ਖੀਰ ਹੀ ਬਣਨੀ ਹੈ। ਉਹ ਕਹਿੰਦਾ ਨਹੀਂ ਯਾਰ ਅਸੀਂ ਸਾਨੂੰ ਨਹੀਂ ਪਸੰਦ, ਅਸੀਂ ਰੋਜ਼ ਦਿਹਾੜੀ ਖਾ ਖਾ ਬੋਰ ਹੋਏ ਪਏ, ਅਸੀਂ ਨਹੀਂ ਖੀਰ ਖਾਣੀ। ਉਹ ਕਹਿੰਦਾ ਇਸ ਤਰ੍ਹਾਂ ਕਰੋ ਵੀ ਤੁਸੀਂ ਵੋਟਾਂ ਪਾ ਲਓ, ਜਿਹੜੇ ਲੋਕੀ ਵੋਟਾਂ ਜਿਹਦੀਆਂ ਬਹੁਮਤ ਹੋਊਗਾ ਉਹਦਾ ਸਵੇਰ ਦਾ ਫਰੂਟ ਬਣਾ ਦਾਂਗੇ, ਜੋ ਉਹ ਕਹੂਗਾ ਉਹਦੇ ਲਈ ਉਹ ਦੇ ਦਿਆਂਗੇ ਉਹਨੇ। ਤੇ ਜਿਹੜੇ ਅਲੱਗ-ਅਲੱਗ ਸੀਗੇ 100 ਬੱਚਾ ਸੀ ਉੱਥੇ, ਉਹ ਸਾਰਿਆਂ ਨੇ ਕਿਸੇ ਨੇ ਦੁੱਧ ਕਹਿਤਾ ਮੈਨੂੰ ਸਵੇਰੇ ਮਿਲਣਾ ਚਾਹੀਦਾ, ਕਿਸੇ ਨੇ ਜੂਸ ਕਹਿਤਾ, ਕਿਸੇ ਨੇ ਕੇਲੇ ਦਾ ਜੂਸ, ਕਿਸੇ ਨੇ ਅੰਗੂਰ ਦਾ ਜੂਸ ਹੈ। ਤੇ ਜਿਹੜੇ ਉਹ 20 ਬੰਦੇ ਸੀ ਉਹਨਾਂ ਨੇ ਖੀਰ ਲਿਖਿਆ ਆਪਣੇ ਤੇ ਉਹਨਾਂ ਨੇ ਜਦੋਂ ਵੋਟਾਂ ਕਲੈਕਟ ਕੀਤੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਨੇ ਵੇਖਿਆ ਵੀ ਬਹੁਮਤ ਤਾਂ ਕਿਸੇ ਦਾ ਵੀ ਨਹੀਂ, ਉਹ ਸਾਰਿਆਂ ਨੇ ਕਿਸੇ ਨੇ ਦੁੱਧ ਲਿਖਿਆ, ਕਿਸੇ ਨੇ ਕੁਝ ਲਿਖਿਆ ਤੇ ਜਿਹੜੇ 20 ਸੀ ਉਹਨਾਂ ਨੇ ਖੀਰ ਹੀ ਲਿਖੀ ਤੇ ਉਹ ਅੱਜ ਵੀ ਉਹ ਹੋਸਟਲ 'ਚ 20 ਦੀ ਖੀਰ ਹੀ ਬਣਦੀ ਆ ਤੇ 80% ਜਿਹੜੇ ਹੀ ਬੱਚੇ ਉਹ ਉਹਨਾਂ ਦੀ 20 ਦੀ ਥੋਪੀ ਖੀਰ ਖਾਂਦੇ ਆ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਇੱਕ ਨਹੀਂ ਚੁਣਦੇ, ਅਸੀਂ ਵੱਖਰਿਆਂ ਸਾਨੂੰ ਵੰਡਿਆ ਹੁੰਦਾ ਆ। ਅਸੀਂ ਇੱਕ ਨਹੀਂ ਚੁਣਦੇ 80% ਦੇ, ਉਹ 20% ਲੋਕ ਸਾਡੇ ਤੇ ਰਾਜ ਕਰਨ ਦੇ 80% ਵਾਲਿਆਂ ਦਾ। 80% ਵਾਲਿਆਂ ਦਾ ਇੱਕ ਮਨ ਨਹੀਂ ਹੈਗਾ, ਇੱਕ ਮਤ ਨਹੀਂ ਹੈਗਾ, ਜਿਹਦੇ ਕਰਕੇ ਅਸੀਂ ਉਹਨਾਂ ਦੀ ਥੋਪੇ ਲੀਡਰ ਦੇ ਛਿੱਤਰ ਖਾਂਦੇ ਆ। ਮੇਰੇ ਕਹਿਣ ਦਾ ਭਾਵ ਇਹ ਆ ਵੀ ਰੁਲਦੇ ਅਸੀਂ, ਹਰ ਕੰਮ ਸਾਡਾ ਹੁੰਦਾ ਨਹੀਂ, ਕਿਸੇ ਨਾ ਕਿਸੇ ਤਰ੍ਹਾਂ ਟੇਢੇ ਮੇਢੇ ਰਸਤਿਆਂ 'ਚ ਜਾ ਕੇ ਅਸੀਂ ਆਪਣੇ ਕੰਮ ਕਰਾਉਣੇ ਆ, ਸਿੱਧੇ ਰਸਤੇ ਨਾਲ ਕੰਮ ਨਹੀਂ ਹੁੰਦਾ। ਸੋ ਮੇਰੀ ਬੇਨਤੀ ਹੈ ਕਿ ਅਸੀਂ ਜਾਗੇ ਆ ਤੇ ਸਾਨੂੰ ਕਈ ਤਰ੍ਹਾਂ ਦੇ ਅੱਜ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਨੇ। ਮੈਨੂੰ ਬੜੀ ਖੁਸ਼ੀ ਹੈ, ਮੈਂ ਘਰਿਆਲੇ ਤੋਂ ਚੱਲ ਕੇ ਆਇਆ, ਮੈਂ ਪੂਰੇ 2 ਵਜੇ ਆ ਗਿਆ। ਮੈਂ ਭੱਟੀ ਸਾਹਿਬ ਨਾਲ ਅੱਗੇ ਵੀ ਗੱਲ ਕਰਨ ਡਿਆ ਵੀ ਜਿੰਨਾ ਚਿਰ ਅਸੀਂ ਸਮੇਂ ਦੀ ਹਾਨੀ ਨਹੀਂ ਬਣਾਂਗੇ, ਸਮੇਂ ਦੇ ਨਾਲ ਨਹੀਂ ਚੱਲਾਂਗੇ ਤੇ ਸਮਾਂ ਸਾਡੀ ਕਦਰ ਨਹੀਂ ਕਰੂਗਾ। ਅਸੀਂ ਬਹੁਤੇ ਤਾਂ ਅਵੇਸਲੇ ਆ, ਸੁਸਤੀ ਆ ਸਾਡੇ ਅੰਦਰ, ਅਸੀਂ ਨਾ ਤਾਂ ਪ੍ਰੋਗਰਾਮ ਤੇ ਟਾਈਮ ਤੇ ਪਹੁੰਚਣਾ ਆ, ਅਸੀਂ ਜਾਣਾ ਤੇ ਸਭ ਤੋਂ ਲਾਸਟ ਵਿੱਚ ਜਾਣਾ ਤੇ ਮੁੜ ਕੇ ਜਿਹੜੀਆਂ ਸਾਹਮਣੇ ਵਾਲੀਆਂ ਕੁਰਸੀਆਂ ਹੁੰਦੀਆਂ ਉਹਦੇ ਤੇ ਉਹ ਅਗਲਾ ਆ ਕੇ ਬੈਠਾ ਹੁੰਦਾ ਤੇ ਅਸੀਂ ਮਗਰਲੇ ਪਾਸੇ ਬਿੰਨੇ ਆਪਾਂ ਚੌਂਕੀਆਂ ਪੰਚਾਇਤਾਂ 'ਚ ਜਾਂਦੇ ਸਾਰੇ ਜਣੇ। ਜਿਹੜੀ ਟੀਮ ਪਹਿਲਾਂ ਆਈ ਹੁੰਦੀ ਉਹ ਪਹਿਲਾਂ ਕੁਰਸੀਆਂ ਮਲਦੀ ਆ ਤੇ ਜਿਹੜੇ ਬੰਦੇ ਬਾਅਦ 'ਚ ਆਏ ਹੁੰਦੇ ਉਹ ਫਿਰ ਬੈਂਚ ਬੁੱਚ ਜਾਂ ਲੱਭਦੇ ਫਿਰ ਉਹ ਯਾਰ ਫੜੀ ਯਾਰ, ਅੱਧੇ ਕਿ ਸਾਡੇ ਖਲੋਤੇ ਹੁੰਦੇ, ਅੱਧੇ ਕਿ ਬੈਠੇ ਹੁੰਦੇ। ਇਸ ਕਰਕੇ ਪਹਿਲਾਂ ਸਾਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ, ਸਮੇਂ ਦੇ ਨਾਲ ਚੱਲਣਾ ਚਾਹੀਦਾ ਤੇ ਸਮਾਂ ਵੀ ਸਾਡੀ ਕਦਰ ਕਰੂਗਾ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਤਰੱਕੀ ਜ਼ਰੂਰ ਕਰਾਂਗੇ। ਮੈਨੂੰ ਖੁਸ਼ੀ ਆ ਕਿ ਆਉਣ ਵਾਲਾ ਇਲੈਕਸ਼ਨ ਆ ਰਿਹਾ, ਅਸੀਂ ਸਾਰੇ ਇੱਕਮਤ ਹੋਈਏ, ਕੋਈ ਕੈਂਡੀਡੇਟ ਚੋਇਸ ਕਰਨਾ, ਅਸੀਂ ਆਪਣਾ ਵੀ ਕੈਂਡੀਡੇਟ ਚਲੋ ਆਪਣੇ ਪਿੰਡਾਂ ਤੇ ਵਧਦੇ ਆਪਾਂ ਹੈ ਨਾ, ਪਰ ਜਿਹਨੂੰ ਵੀ ਵੋਟ ਪਾਉਣੀ ਆ ਤਕਰੀਬਨ ਉਹਨੂੰ ਪਤਾ ਹੋਵੇ ਕਿ ਇਹਨੇ ਮੈਨੂੰ ਵੋਟ ਪਾਈ ਆ ਤੇ ਉਹਦਾ ਮੈਂ ਕੰਮ ਕਰਨਾ। ਅਸੀਂ ਬੈਠ ਕੇ ਜੁਆਇੰਟ ਹੋ ਕੇ ਅਗਲੇ ਦੇ ਨਾਲ ਪੂਰੀ ਠੋਸ ਗੱਲ ਕਰਕੇ ਵੀ ਤੈਨੂੰ ਵੋਟ ਤਾਂ ਕਰਨੀ ਹੈ ਜੇ ਆਹ ਕਰੇਗਾ ਤਾਂ ਫਿਰ ਅੱਗੇ ਚੱਲੀਏ, ਅੱਗੇ ਚੱਲਾਂਗੇ ਤੇ ਤਰੱਕੀ ਜ਼ਰੂਰ ਕਰਾਂਗੇ। ਸੋ ਸਾਰਿਆਂ ਨੂੰ ਥੈਂਕ ਯੂ, ਮਿਹਰਬਾਨੀ। ਸਾਡੀ ਜਿਹੜੀ ਜਾਇਦਾਦ ਹੈ ਉਹ ਸਾਡੇ ਬੱਚਿਆਂ ਕੋਲ ਆ, ਉਹ ਸਾਡੇ ਬੱਚਿਆਂ ਨੇ ਲੈ ਲੈਣੀ ਹੈ, ਜੋ ਵੀ ਆਪਾਂ ਬਣਾਈਏ ਦਿਹਾੜੀ ਦਾ ਆਪਾਂ ਕਰਕੇ ਜਾਂ ਕਿਸ ਤਰ੍ਹਾਂ ਵੀ। ਤੇ ਜਿਹੜਾ ਨਾਂ ਹੁੰਦਾ ਸਮਾਜ ਵਿੱਚ ਉਹ ਸਾਡੇ ਨਾਲ ਜਾਂਦਾ, ਸਮਾਜ ਦੇ ਲੋਕ ਉਹ ਯਾਦ ਕਰਦੇ ਰਹਿੰਦੇ ਕਿ ਫਲਾਣਾ ਬੰਦਾ ਸੀਗਾ, ਇੱਕ ਨਾਂ ਹੁੰਦਾ ਜੱਗ ਤੇ ਪਿੰਡ 'ਚ। ਸੋ ਇਸ ਕਰਕੇ ਸਾਨੂੰ ਸਮਾਜ ਲਈ ਕੁਝ ਕਰਨਾ ਚਾਹੀਦਾ। ਜੇ ਸਮਾਜ ਸੇਵੀ ਸਾਡੇ ਕੋਲ ਆਏ ਨੇ ਤੇ ਉਹਨਾਂ ਦੇ ਵਿਚਾਰ ਜ਼ਰੂਰ ਸੁਣਨੇ ਚਾਹੀਦੇ। ਮੈਂ ਬੇਨਤੀ ਕਰਾਂ ਕਿ ਬਾਬਾ ਜੀ ਆਪਣੇ ਵਿਚਾਰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ, ਜੋ ਭਾਈ ਸਾਹਿਬ ਨੇ ਦੱਸਿਆ ਹੈ, ਸਾਡੇ ਲੋਕ ਕਿੱਥੇ ਜਾਗਰੂਕ ਨਹੀਂ, ਸੁੱਤੇ ਪਏ ਆ ਹੈ। ਕੁਝ % ਲੋਕ ਜਾਗਦੇ ਹੈ ਜਿਨ੍ਹਾਂ ਨੂੰ ਪਤਾ ਹੈ, ਪਰ ਇਹ ਲੋਕ ਬੜੇ ਚਲਾਕ ਨੇ, ਚਲਾਕੀਆਂ ਕਰ ਜਾਂਦੇ ਨੇ, ਕਰ ਵੀ ਰਹੇ ਨੇ। ਹੁਣ ਜਿਵੇਂ ਪਿਛਲੇ ਸਮੇਂ ਤੋਂ ਵੇਖ ਰਹੇ ਆ, ਰਿਜ਼ਰਵੇਸ਼ਨ ਸਰਪੰਚੀ ਦੀ ਆਂਦੀ ਹੈ। ਇਹ ਜਿਹੜੇ ਸੀਰੀ ਹੈ, ਜਿਹੜੇ ਬਿਲਕੁਲ ਅਨਪੜ੍ਹ ਨੇ, ਜਿਹੜੇ ਲੋਕਾਂ ਨੂੰ ਇਹਨਾਂ ਨੇ ਆਪਦੇ ਥੱਲੇ ਰੱਖਿਆ ਹੈ, ਸਾਲ ਬਾਅਦ ਕਹਿੰਦੇ ਤੇਰੇ ਇੰਨੇ ਪੈਸੇ ਸਾਡੇ ਵੱਲ ਹੈ, ਇਹਨਾਂ ਉਹਨਾਂ ਤੇ ਦਬਾਅ ਪਾ ਕੇ ਰੱਖਿਆ ਹੈ, ਉਹਨਾਂ ਨੂੰ ਹੀ ਸਰਪੰਚ ਬਣਾਉਂਦੇ ਨੇ। ਕੁਛ ਨਹੀਂ ਪਤਾ ਉਹਨਾਂ ਨੂੰ ਕਾਨੂੰਨ ਦਾ ਨਹੀਂ, ਕਿੱਦਾਂ ਗਰਾਰ ਲੱਗਣੀ, ਆਪਦੀਆਂ ਮਨਮਾਨੀਆਂ ਤਾਨਾਸ਼ਾਹੀ ਕਰਦੇ ਆ।
दूसरी ये भी गल है कि साडे लोग जिहड़े आ बड़ा समझाईदा कहीदा भी भाई ये जो पकौड़े बनाउंदे आ ना जाओ, जिहड़ी आपदी जमीर है जमीर नूं ना बेचो। मैं हुण भी बेनती करदा है कि लागे बन्ने जिन्ने लोग है जिहड़ी ये जमीर है बोर्ड जमीर है, बाबा साहब ने बड़ी किरपा कीती सी सानू लोकां नूं उच्चा चुकण दा। इत्थे बस नहीं, गुरु गोबिंद सिंह महाराज बाजा वाले ने भी क्या इन लोगों को दूं पातशाही, ये याद करनगे मेरी गिरियाई। भी इन्हां रंगरेटे सिंघां नूं जो भी है जिन्हां नूं लोग हुण भी कहिंदे ने वड्डी वोट ते छोटी वोट, पर नहीं वड्डी छोटी दा कोई फर्क नहीं। मैं ये भी कहना अज दा समां जो चल रहा है, बाबा जीवन सिंह भाई जैता जी जिवें गुरु तेग बहादुर दा शीस एक ना छाती ना ला के लैके आए सी, जे कदे इन्हां वर्गे उदों गुरसिख हुंदे ते कहंदे नहीं नहीं श्री गुरु तेग बहादुर दा मेरी जीभ कहंदी नहीं भी शीस पिटिया गया। अज भी इन्हां च चलदा है, इन्हां लोकां च वो गल नहीं निकलदी। बाबा जीवन सिंह बाबे मेरे तो भुला चुका दी माफ़ी। वाहिगुरू जी का खालसा वाहिगुरू जी की फतेह। ਅੱਜ ਜਿਹੜੀ ਮੀਟਿੰਗ ਆਪਣੀ ਹੋ ਰਹੀ ਹੈ ਕਿਸ ਵਜ੍ਹਾ ਤੋਂ ਹੋ ਰਹੀ ਹੈ ਕਿ ਕਿਉਂਕਿ ਆਪਾਂ ਇੱਕ ਮਜ਼ਬੂਤੀ ਕਰਨੀ ਆਪਣੇ ਪਰਿਵਾਰ ਦੇ ਵਿੱਚ ਕਿ ਕਿਉਂਕਿ ਜਿਹੜਾ ਵੀ ਸਾਡੇ ਗਰੀਬ ਪਰਿਵਾਰਾਂ ਦੇ ਨਾਲ ਧੱਕਾ ਹੁੰਦਾ ਵਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਕਿ ਵੇਖੋ ਉਹਨਾਂ ਦੇ ਆਟੇ ਦਾਲ ਕੱਟੇ ਜਾਂਦੇ ਨੇ, ਮਤਲਬ ਜੇ ਨਰੇਗਾ ਆਉਂਦੀ ਤਾਂ ਉਹਨਾਂ ਨੂੰ ਛੱਪੜਾਂ ਦੇ ਵਿੱਚ ਵਾੜਿਆ ਜਾਂਦਾ ਤੇ ਉਹ ਵੀ ਪੈਸੇ ਨਹੀਂ ਆਉਂਦੇ। ਕਹਿੰਦਾ ਭਾਵ ਹੈ ਕਿ ਜੋ ਵੀ ਸਾਡੇ ਨਾਲ ਲੁੱਟ ਖਸੁੱਟ ਹੋ ਰਹੀ ਉਹ ਸਾਰੀ ਦੀ ਸਾਰੀ ਕਿੱਥੋਂ ਹੁੰਦੀ ਹੈ, ਇੱਕ MLA ਤੋਂ ਹੁੰਦੀ ਹੈ। ਤੇ ਸਾਨੂੰ ਤਾਂ ਸਿਰਫ ਇੱਕ ਵੀਰ ਜੀ ਨੇ ਪਹਿਲਾਂ ਵੀ ਗੱਲ ਵਧੀਆ ਕੀਤੀ ਆ ਕਿ ਸਾਨੂੰ ਸਭ ਤੋਂ ਬਿਮਾਰੀ ਕਿੱਥੋਂ ਪੈ ਰਹੀ ਹੈ, ਜਿਹੜੇ ਸਾਡੇ ਬੱਚੇ ਨਹੀਂ ਪੜ੍ਹੇ ਲਿਖੇ ਤੇ ਸਾਨੂੰ ਉੱਥੇ ਕਿ ਗਰੀਬ ਰੱਖਿਆ ਗਿਆ। ਜੇ ਅਗਰ ਸਾਨੂੰ ਬੱਚੇ ਸਾਡੇ ਚੰਗੇ ਪੜ੍ਹੇ ਲਿਖੇ ਹੋਣਗੇ, ਉਹ ਚੰਗੀ ਵਧੀਆ ਸਿੱਖਿਆ ਲੈਣਗੇ ਤੇ ਚੰਗੇ ਵਧੀਆ ਅਫਸਰ ਵੀ ਬਣਨਗੇ ਤੇ ਚੰਗੀ ਵਧੀਆ ਗੱਲ ਵੀ ਕਰਨਗੇ। ਅੱਜ ਉਹੀ ਹੋ ਰਿਹਾ ਵਾ ਕਿ ਆਪਦੇ ਇਹਨਾਂ ਦੇ ਬੱਚੇ ਜਿਹੜੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਤੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਤੇ ਉਹਨਾਂ ਦੀ ਕੋਈ ਦੇਖਭਾਲ ਕਰਨ ਨੂੰ ਨਹੀਂ ਹੈਗਾ। ਦੇਖਭਾਲ ਤੇ ਉਸ ਬੰਦੇ ਨੇ ਕਰਨੀ ਨਾ ਜਿਹਨੂੰ ਅਸੀਂ ਵੋਟਾਂ ਪਾ ਕੇ ਤੇ MLA ਬਣਾਇਆ, ਸਾਰਾ ਤੇ ਸਾਡਾ ਹੱਕ ਤੇ ਉਹ ਬੰਦਾ ਖਾ ਰਿਹਾ ਵਾ। ਉਹਨੂੰ ਅਸੀਂ ਇੱਕ ਕੁਰਸੀ ਤੇ ਬਿਠਾ ਦਿੰਦੇ ਆ ਕਿ ਉਹ ਸਾਡੀ ਅਗਵਾਈ ਕਰੇ ਔਰ ਸਾਡਾ ਚੰਗਾ ਭਵਿੱਖ ਲਵੇ। ਸਾਨੂੰ ਇੱਕ ਮੰਗਤੇ ਬਣਾਇਆ ਜਾਂਦਾ ਵਾ, ਆਟੇ ਦਾਲ ਦੇ ਉੱਤੇ ਮੰਗਤੇ, ਇੱਕ ਮੰਗਤਿਆਂ ਤਰ੍ਹਾਂ ਮੰਗਦੇ ਰਹੋ ਤੇ ਖਾਂਦੇ ਰਹੋ। ਸਾਨੂੰ ਚਾਹੀਦਾ ਰੋਜ਼ਗਾਰ ਜਿਹਦੇ ਵਿੱਚ ਅਸੀਂ ਆਪਣੀ ਕਿਰਤ ਵਿਦਿਆ ਕਰੀਏ, ਕਮਾਈ ਕਰਕੇ ਬਾਕੀ ਚੀਜ਼ਾਂ ਤੇ ਅਸੀਂ ਆਪੇ ਸਭ ਕੁਝ ਲੈ ਲੈਣੀਆਂ। ਇਹ ਚੀਜ਼ਾਂ ਨੂੰ ਮੰਗਣੀ ਜ਼ਰੂਰੀ ਆ। ਤੇ ਬਾਕੀ ਵੀਰ ਸਤਿਕਾਰਯੋਗ ਮੇਰੇ ਵੀਰ ਹੈਗੇ ਨੇ ਬਹੁਤ ਵਧੀਆ, ਇੰਨੀ ਫਤਿਹ ਪ੍ਰਮਾਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਸੱਜਣੋ ਮਿੱਤਰੋ ਵੱਡ ਵਡੇਰਿਓ, ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਦੀ ਬੁਲਾਈ ਹੋਈ ਫਤਿਹ ਬੁਲਾਉਣੀ ਤੇ ਫਤਿਹ ਆਪਾਂ ਗੱਜ ਕੇ ਬੁਲਾਉਣੀ। ਜੇਕਰ ਬੋਲਾਂਗੇ ਤੇ ਕੁੰਡਾ ਖੋਲਾਂਗੇ, ਜੇ ਬੋਲ ਨਹੀਂ ਸਕਦੇ ਭਾਈ ਸਾਹਿਬ ਹੋਣਾ ਬਹੁਤ ਸੋਹਣੇ ਵਿਚਾਰ ਕੀਤੇ ਨੇ, ਜੇਕਰ ਅਸੀਂ ਬੋਲਾਂਗੇ ਨਹੀਂ ਤੇ ਅੱਗੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ। ਆਓ ਗੁਰੂ ਮਹਾਰਾਜ ਦੀ ਬੁਲਾਈ ਹੋਈ ਫਤਿਹ ਨਾਲ ਫਤਿਹ ਦੀ ਸਾਂਝ ਪਾਈਏ ਜੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਥੀਓ, ਜਿਹੜੇ ਬੁਲਾਰੇ ਮੇਰੇ ਵੀਰ ਬੋਲੇ ਆ ਬਹੁਤ ਵਧੀਆ ਤੇ ਬਹੁਤ ਸੋਹਣੇ ਅਲਬੇਲੀਬਲ ਬਚਨ ਬੋਲੇ ਨੇ। ਅੱਜ ਸਾਨੂੰ ਜ਼ਰੂਰਤ ਆ ਇਕੱਤਰਤਾ ਦੀ। ਜਿਸ ਤਰ੍ਹਾਂ ਸਾਡੇ ਪਾਸਟਰ ਸਾਹਿਬ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ ਅਸੀਂ 80% ਹੈ, 80% ਹੋ ਕੇ ਅਸੀਂ ਆਪਣੇ ਕਾਗਜ਼ ਫੜ ਕੇ ਲੋਕਾਂ ਦੇ ਪਿੱਛੇ ਘੁੰਮ ਰਹੇ ਹਾਂ। ਕਿੱਡੀ ਅਨਹੋਣੀ ਵਾਲੀ ਗੱਲ ਹੈ, ਕਿੱਡੀ ਸ਼ਰਮ ਵਾਲੀ ਗੱਲ। 85% ਅਸੀਂ ਲੋਕ ਹੋਈਏ ਤੇ 15-20% ਵਾਲੇ ਲੋਕ ਸਾਡੇ ਸਿਰ ਤੇ ਚੜ੍ਹ ਕੇ ਨੱਚਣ ਤੇ ਬਹੁਤ ਮੰਦਭਾਗੀ ਘਟਨਾ ਹੈ। ਅੱਜ ਜਿਹੜੇ ਸਮੇਂ 'ਚ ਆ ਖੜੇ ਹਾਂ ਆਪਾਂ, ਜੇ ਸਮੇਂ ਤੇ ਇਸ ਵਕਤ ਖੜੇ ਹਾਂ, ਚੋਣਾਂ ਦਾ ਬਿਗਲ ਲਗਭਗ ਵੱਜ ਚੁੱਕਾ ਹੈ, ਚੋਣ ਜਾਬਤਾ ਲੱਗਣ ਵਾਲਾ ਹੈ। ਜਿੱਦਣ ਚੋਣ ਜਾਬਤਾ ਅੱਜ ਤੱਕ ਸਾਨੂੰ ਪੁੱਛਿਆ ਨਹੀਂ ਜਾ ਰਿਹਾ, ਜਿੱਦਣ ਚੋਣ ਜਾਬਤਾ ਸ਼ੁਰੂ ਹੋ ਜਾਂਦਾ ਹੈ, ਸਤਿਕਾਰਯੋਗ ਸਾਥੀਓ ਭਰਾਓ ਕੰਨ ਖੋਲ ਕੇ ਗੱਲ ਸੁਣਨੀ ਆ, ਜਿੱਦਣ ਚੋਣ ਜਾਬਤਾ ਲੱਗ ਜਾਂਦਾ ਹੈ ਉਦਣ ਜਿਹੜੇ ਗੱਡੀ ਤੋਂ ਪੈਰ ਥੱਲੇ ਨਹੀਂ ਲਾਉਂਦੇ ਉਹ ਤੁਹਾਡੇ ਘਰਾਂ ਤੱਕ ਪਹੁੰਚਣਾ ਜੇ। ਯਾਦ ਰੱਖਿਓ ਮੇਰੀ ਗੱਲ, ਇਹ ਗੱਲ ਨੂੰ ਭੁੱਲਣਾ ਨਹੀਂ। ਉਹਨਾਂ ਤੁਹਾਡੇ ਘਰਾਂ ਤੱਕ ਪਹੁੰਚਣਾ ਜੇ। ਤੁਹਾਡੇ ਉਹ ਲੀਡਰ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚ ਕੇ ਖੁਦ ਕੰਮ ਕਰਦੇ ਨੇ, ਜਿਹੜੇ ਘਰ ਪਹੁੰਚਦੇ ਕੰਮ ਕਰਦੇ ਨੇ, ਉਹਨਾਂ ਨੂੰ ਫੇਰ ਆਪਾਂ ਨਗਾਰ ਦੇਣਾ ਤੇ ਪਿੱਛੇ ਕਰ ਦੇਣਾ। ਸਭ ਤੋਂ ਵੱਡੀ ਤਾਂ ਗੱਲ ਇੱਥੇ ਆਪਾਂ ਇਹ ਲੈ ਕੇ ਆਉਣੀ ਆ ਕਿ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣਾ ਆਪਣੇ ਭੈਣ ਭਰਾ ਦਾ। ਜੇ ਕੋਈ ਆਪਣਾ ਭੈਣ ਭਰਾ ਚੋਣ ਮੈਦਾਨ ਚ उतरदा ਤੇ ਵੱਧ चढ़ के ਉਹਦਾ साथ देना। ताज़ा तरीन अपलोड्स की नोटिफिकेशन हासिल करने के लिए हमारे चैनल को सब्सक्राइब करें और साथ में दिए गए घंटी के निशान को दबाना ना भूलें।